ਹੈਲੋ ਸਟੂਡੈਂਟਸ, ਅਸੀਂ ਕਰਾਂਗੇ ਅੱਜ ਕਲਾਸ 9th ਦਾ ਚੈਪਟਰ ਜਿਹੜਾ ਹੈ ਸਾਡੇ ਕੋਲ ਹੋਏਗਾ 7th, ਜਿਸ ਦਾ ਨਾਮ ਹੈ ਟ੍ਰਾਇੰਗਲਸ। ਜਿਸ ਦੀ ਗੱਲ ਕਰੀਏ ਤਾਂ ਸਾਡੇ ਕੋਲ ਹੈ ਇਹ ਤ੍ਰੈਭੁਜ। ਸੋ ਸਭ ਤੋਂ ਪਹਿਲਾਂ ਇਸ ਕਲਾਸ ਦੇ ਬਾਰੇ ਗੱਲ ਕਰ ਲੈਂਦੇ ਹਾਂ। ਸੋ ਇਹ ਜਿਹੜੀ ਸਾਡੀ ਕਲਾਸ ਹੋਏਗੀ ਇਹ ਹੋਏਗੀ ਸਾਡੀ ਸਤੰਬਰ ਟੈਸਟ ਦੇ ਲਈ, ਜੋ ਸਾਡੇ ਕੋਲ ਜੁਲਾਈ ਅਗਸਤ ਦੇ ਸਿਲੇਬਸ ਦੇ ਵਿੱਚੋਂ 75% ਨੰਬਰ ਆਉਣਗੇ। ਸੋ ਸਭ ਤੋਂ ਪਹਿਲਾਂ ਇਸ ਕਲਾਸ ਦੀ ਜਿਹੜੀ ਸਾਡੇ ਕੋਲ ਇਸ ਚੈਪਟਰ ਦੀ ਇੰਟਰੋਡਕਸ਼ਨ ਹੈ ਉਸ ਦਾ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ। ਸਭ ਤੋਂ ਪਹਿਲਾਂ ਉਹ ਇੰਟਰੋਡਕਸ਼ਨ ਕਲਾਸ ਨੂੰ ਜ਼ਰੂਰ ਸੁਣ ਲਿਆ ਜਾਵੇ, ਫਿਰ ਹੀ ਇਹਨਾਂ ਸਵਾਲਾਂ ਦੀ ਜਿਹੜੀ ਦੁਹਰਾਈ ਕਰੀ ਜਾਵੇ। ਇਹ ਜਿਹੜੇ ਕੁਐਸਚਨ ਹੋਣਗੇ ਸਾਡੇ ਕੋਲ ਇਸ ਤਰ੍ਹਾਂ ਦੇ ਕੁਐਸਚਨ ਸਾਨੂੰ ਸਾਡੇ ਸਤੰਬਰ ਟੈਸਟ ਵਿੱਚ ਵੇਖਣ ਨੂੰ ਮਿਲਣਗੇ। ਸੋ ਇਸ ਲਈ ਇਹਨਾਂ ਨੂੰ ਤੁਸੀਂ ਬਹੁਤ ਹੀ ਧਿਆਨ ਦੇ ਨਾਲ ਸਮਝਣਾ ਹੈ ਅਤੇ ਬਾਅਦ ਵਿੱਚ ਆਪਣੀ ਜਿਹੜੀ ਕਿ ਰਿਵੀਜ਼ਨ ਹੈ ਉਹ ਕਰਕੇ ਵੇਖਣੀ ਹੈ। ਸੋ ਜਿਸ ਤਰ੍ਹਾਂ ਸਾਡੇ ਕੋਲ ਪਹਿਲਾ ਸਵਾਲ ਹੈ, ਅਸੀਂ ਦੇਖੀਏ। ਇੱਕ ਬਲੈਂਕਸ ਦਿੱਤੀ ਗਈ ਹੈ। ਇੱਕ ਤ੍ਰੈਭੁਜ ਵਿੱਚ ਡੈਸ਼ ਭੁਜਾਵਾਂ ਅਤੇ ਡੈਸ਼ ਕੋਣ ਹੁੰਦੇ ਹਨ। ਇਹ ਟ੍ਰਾਇੰਗਲਸ ਹੈਜ਼ ਡੈਸ਼ ਸਾਈਡਸ ਐਂਡ ਡੈਸ਼ ਐਂਗਲਸ। ਸੋ ਅਸੀਂ ਅੱਜ ਦੀ ਕਲਾਸ ਦੇ ਵਿੱਚ ਅਸੀਂ ਆਪਣੀ ਪੰਜਾਬੀ ਅਤੇ ਇੰਗਲਿਸ਼ ਦੋਵਾਂ ਨੂੰ ਨਾਲ ਕਰਕੇ ਚੱਲਾਂਗੇ, ਕਿਉਂਕਿ ਕੁਝ ਬੱਚਿਆਂ ਦੀ ਡਿਮਾਂਡ ਸੀ ਕਿ ਅਸੀਂ ਇੰਗਲਿਸ਼ ਦੇ ਵਿੱਚ ਵੀ ਟਰਾਂਸਲੇਸ਼ਨ ਕਰੀਏ। ਸੋ ਇੱਕ ਤ੍ਰੈਭੁਜ ਜਿਹੜੀ ਹੁੰਦੀ ਹੈ, ਪਹਿਲਾਂ ਅਸੀਂ ਇੱਕ ਤ੍ਰੈਭੁਜ ਬਣਾ ਲੈਂਦੇ ਹਾਂ ਇੱਕ ਛੋਟੀ ਜਿਹੀ। ਦੇਖੋ ਹੁਣ ਇਸ ਦੇ ਇਹ ਵਾਲੇ ਜੋ ਪੁਆਇੰਟ ਹੁੰਦੇ ਨੇ ਇਹਨਾਂ ਨੂੰ ਅਸੀਂ ਤ੍ਰੈਭੁਜ ਦੇ ਸਿਖਰ ਜਾਂ ਐਂਗਲ ਜਿਹੜੇ ਸਾਡੇ ਕੋਲ ਇਸ ਦੇ ਅੰਦਰ ਬਣਦੇ ਹਨ ਅਸੀਂ ਬੋਲਦੇ ਹਾਂ। ਸੋ ਇਸ ਤਰ੍ਹਾਂ ਸਾਡੇ ਕੋਲ ਕਿੰਨੇ ਸਿਖਰ ਹਨ ਜਾਂ ਕਿੰਨੇ ਵਰਟੈਕਸ ਹਨ ਸਾਡੇ ਕੋਲ? 1 2 3। ਇਸ ਦਾ ਮਤਲਬ ਇੱਕ ਤ੍ਰੈਭੁਜ ਵਿੱਚ ਕਿੰਨੇ ਕੋਣ ਹੋ ਗਏ? 3। ਸੋ 3 ਐਂਗਲਸ ਹੋ ਗਏ ਸਾਡੇ ਕੋਲ ਅਤੇ ਸਾਈਡਸ ਕਿੰਨੀਆਂ ਹੋ ਗਈਆਂ? 1 2 ਅਤੇ 3। ਸੋ 3 ਭੁਜਾਵਾਂ ਹੁੰਦੀਆਂ ਨੇ, ਇਸ ਕਰਕੇ ਇਸ ਨੂੰ ਤ੍ਰੈਭੁਜ ਕਿਹਾ ਜਾਂਦਾ ਹੈ ਕਿ 3 ਭੁਜਾਵਾਂ ਵਾਲੀ ਆਕ੍ਰਿਤੀ। ਸੋ 3 ਭੁਜਾਵਾਂ ਹੋ ਗਈਆਂ ਸਾਡੇ ਕੋਲ, 3 ਸਾਈਡਸ। ਦੂਸਰਾ ਸਾਡੇ ਕੋਲ ਇੱਕ ਤ੍ਰੈਭੁਜ ਵਿੱਚ ਡੈਸ਼ ਸਿਖਰ ਹੁੰਦੇ ਹਨ। ਸੋ ਸਿਖਰ ਦੀ ਗੱਲ ਆ ਗਈ। ਸੋ 1 2 ਐਂਡ 3। ਸੋ ਜਿੰਨੇ ਕੋਣ ਸਾਡੇ ਕੋਲ ਉਨੀਆਂ ਹੀ ਸਾਡੇ ਸਿਖਰ ਹੁੰਦੇ ਹਨ। ਸੋ 3 ਸਿਖਰ ਹੋ ਗਏ ਸਾਡੇ ਕੋਲ। ਸਿਖਰ ਦਾ ਮਤਲਬ ਕਿ ਇੱਕ ਸਿਖਰ ਨੂੰ ਅਸੀਂ ਦੇਖੋ ਧਿਆਨ ਨਾਲ ਸਮਝਣਾ ਹੈ। ਸਿਖਰ ਦੀ ਗੱਲ ਕਰੀਏ ਤਾਂ ਅਸੀਂ ਲਿਖਾਂਗੇ ਵਰਟੈਕਸ, ਠੀਕ ਆ। ਜੇਕਰ ਅਸੀਂ ਸਿਖਰਾਂ ਦੀ ਗੱਲ ਕਰੀਏ ਕਿ ਜ਼ਿਆਦਾ ਦੀ ਗੱਲ ਕਰੀਏ, ਪਲੂਰਲ ਬਣਾ ਲਈਏ ਤਾਂ ਸਾਡੇ ਕੋਲ ਬਣ ਜਾਏਗਾ ਵਰਟਿਸਸ। ਸੋ ਇਸ ਲਈ ਇੱਕ ਟ੍ਰਾਇੰਗਲ ਦੇ ਕਿੰਨੇ ਵਰਟਿਸਸ ਹੁੰਦੇ ਹਨ? 3। ਫਿਰ ਸਾਡੇ ਕੋਲ ਸਵਾਲ ਨੰਬਰ 3 ਹੈ, ਜਿਸ ਵਿੱਚ ਸਾਡੇ ਕੋਲ 2 ਤ੍ਰੈਭੁਜ ਦਿੱਤੇ ਗਏ ਹਨ ABC ਐਂਡ PQR। 2 ਟ੍ਰਾਇੰਗਲਸ ਹਨ ਸਾਡੇ ਕੋਲ ABC ਐਂਡ PQR। ਸੋ ਸਾਨੂੰ ਕਿਹਾ ਗਿਆ ਕਿ ABC ਅਤੇ PQR ਡੈਸ਼ ਤ੍ਰੈਭੁਜ ਹਨ। ਸੋ ਇਹ ਸਾਡੇ ਕੋਲ ਦੇਖੋ ਧਿਆਨ ਨਾਲ ਦੇਖਿਆ ਜਾਵੇ ਤਾਂ ਸਾਡੇ ਕੋਲ ਇੱਥੇ ਇੱਕ ਲਾਈਨ ਲੱਗੀ ਹੋਈ ਹੈ, ਇੱਧਰ ਵੀ ਸਾਡੇ ਕੋਲ ਇਸ ਤ੍ਰੈਭੁਜ ਦੇ ਵਿੱਚ ਇੱਕ ਲਾਈਨ ਲੱਗੀ ਹੋਈ ਹੈ। ਇਹਦਾ ਮਤਲਬ ਇਹ ਹੋਏਗਾ ਕਿ ਜਿਹੜੀ ਭੁਜਾ AB ਹੈ, ਦੇਖੋ AB ਉਹ ਬਰਾਬਰ ਕਿਹਦੇ ਹੈ? PQ ਦੇ। ਸੋ ਇਸ ਤਰ੍ਹਾਂ ਸਾਡੇ ਕੋਲ ਇੱਥੇ ਲੱਗੀਆਂ ਹਨ 2 ਲਾਈਨਸ BC ਤੇ ਇਸ ਤਰ੍ਹਾਂ QR ਤੇ ਵੀ 2 ਲਾਈਨਸ ਲੱਗੀਆਂ ਹਨ। ਇਹਦਾ ਮਤਲਬ ਹੋਗਾ ਕਿ ਜਿਹੜੀ BC ਹੈ ਸਾਡੇ ਕੋਲ ਬਰਾਬਰ ਹੈ QR ਦੇ। ਸੋ ਇਸੀ ਤੇ ਸਾਡੇ ਕੋਲ 3 ਲਾਈਨਸ ਲੱਗੀਆਂ ਹਨ। ਇਸ ਤਰ੍ਹਾਂ ਸਾਡੇ ਕੋਲ PR ਤੇ 3 ਲਾਈਨਸ ਲੱਗੀਆਂ ਹਨ, ਜਿਸ ਦਾ ਮਤਲਬ ਸਾਡੇ ਕੋਲ ਹੋ ਗਿਆ ਕਿ ਜੋ AC ਹੈ ਉਹ ਬਰਾਬਰ ਕਿਹਦੇ ਹੈ? PR ਦੇ। ਸੋ ਦੇਖੋ ਇਹਦੀਆਂ 3 ਹੀ ਭੁਜਾਵਾਂ ਬਰਾਬਰ ਹੋ ਗਈਆਂ। ਸੋ ਇੱਕ ਤਾਂ 3 ਭੁਜਾਵਾਂ ਬਰਾਬਰ ਹਨ, ਇਸ ਦੀਆਂ ਤਿੰਨੋਂ ਸਾਈਡ ਸਾਡੇ ਕੋਲ ਇਕੁਅਲ ਹਨ। ਦੂਸਰਾ ਦੇਖੋ ਕਿ ਤੁਹਾਨੂੰ ਦੋਵੇਂ ਆਕ੍ਰਿਤੀਆਂ ਜਿਹੜੀਆਂ ਉਹ ਵੇਖਣ ਨੂੰ ਬਰਾਬਰ ਜਿਹੜੀਆਂ ਕਿ ਲੱਗ ਰਹੀਆਂ ਹਨ। ਇਸ ਲਈ ਜਦੋਂ ਸਾਡੇ ਕੋਈ ਆਕਾਰ ਅਤੇ ਰੂਪ ਇੱਕੋ ਜਿਹੇ ਹੋਣ, ਮਤਲਬ ਕਿ ਸ਼ੇਪ ਅਤੇ ਸਾਈਜ਼ ਦੋਵੇਂ ਇੱਕੋ ਜਿਹੇ ਲੱਗਣ ਤਾਂ ਅਸੀਂ ਉਹਨਾਂ ਤ੍ਰੈਭੁਜਾਂ ਨੂੰ ਸਰਬੰਗ-ਸਮ ਤ੍ਰੈਭੁਜ ਜਾਂ ਕੌਂਗਰੈਂਟ ਤ੍ਰੈਭੁਜ ਜਿਹੜਾ ਕਿ ਬੋਲਦੇ ਹਾਂ। ਇਸ ਲਈ ਦੋਵੇਂ ਤ੍ਰੈਭੁਜ ਸਾਡੇ ਕੋਲ ਹੋਣਗੇ। ਇੱਥੇ ਅਸੀਂ ਲਿਖਦੇ ਹਾਂ ਕੌਂਗਰੈਂਟ, ਇੱਥੇ ਅਸੀਂ ਲਿਖਦੇ ਹਾਂ ਸਰਬੰਗ ਸਮ, ਸਾਰੇ ਅੰਗ ਸਮਾਨ। ਸੋ ਚੌਥਾ ਹੈ ਸਾਡੇ ਕੋਲ ਕਿ ਭੋ ਕੋ ਭੋ ਸਰਬੰਗ ਸਮਤਾ ਨਿਯਮ ਵਿੱਚ ਭੋ ਕਿਹਦੇ ਬਰਾਬਰ ਹੈ, ਕੋ ਕਿਹਦੇ ਬਰਾਬਰ ਹੈ ਤੇ ਭੋ ਕਿਹਦੇ ਬਰਾਬਰ ਹੈ। ਸੋ SAS ਕੌਂਗਰੈਂਟ ਰੂਲ ਦੇ ਵਿੱਚ ਸਾਡੇ ਕੋਲ ਪੁੱਛਿਆ ਹੈ S ਔਰ ਭੋ। ਦੇਖੋ ਭੋ S, ਭੁਜਾ ਸਾਈਡ, ਇਹ ਸਾਡੇ ਕੋਲ ਆਏਗਾ ਭੁਜਾ। ਸੋ ਜਿਸ ਨੂੰ ਅਸੀਂ ਲਿਖਦੇ ਹਾਂ ਸਾਈਡ। ਸੋ ਇਸ ਤਰ੍ਹਾਂ ਸਾਡੇ ਕੋਲ ਕੋ ਦਾ ਮਤਲਬ ਆ ਗਿਆ ਕੋਣ ਅਤੇ ਇਹ ਸਾਡੇ ਕੋਲ ਹੋ ਗਿਆ ਐਂਗਲ। ਇਹ ਸਾਡੇ ਕੋਲ ਇਸ ਤਰ੍ਹਾਂ ਭੁਜਾ ਹੋ ਗਿਆ ਤੇ ਇਹ ਸਾਡੇ ਕੋਲ ਹੋ ਗਿਆ ਸਾਈਡ। ਸੋ ਪੰਜਵਾਂ ਸਾਡੇ ਕੋਲ ਕੋ ਭੋ ਕੋ। ਸੋ ਕੋ ਦਾ ਮਤਲਬ ਸਾਡੇ ਕੋਲ ਕੀ ਬਣ ਜਾਏਗਾ? ਕੋਣ। ਇਹ ਸਾਡੇ ਕੋਲ ਆ ਗਿਆ ਭੁਜਾ, ਇਹ ਸਾਡੇ ਕੋਲ ਹੋ ਗਿਆ ਕੋਣ। ਸੋ ਇਹ ਸਾਡੇ ਕੋਲ ਆ ਗਿਆ ਐਂਗਲ, ਸਾਈਡ ਅਤੇ ਐਂਗਲ। ਸੋ ਇਹ ਸਾਰਾ ਹੀ ਕਨਸੈਪਟ ਜਿਹੜਾ ਤੁਹਾਨੂੰ ਇੰਟਰੋਡਕਸ਼ਨ ਦੀ ਕਲਾਸ ਦੇ ਵਿੱਚ ਪੂਰਾ ਕਲੀਅਰ ਹੋ ਜਾਏਗਾ। ਸਾਨੂੰ ਸਾਰੇ ਰੂਲਸ ਦੇ ਬਾਰੇ ਵੀ ਪਤਾ ਲੱਗ ਜਾਏਗਾ ਕਿ ਸਰਬੰਗ ਸਮਤਾ ਅਤੇ ਸਮਰੂਪਤਾ ਦੇ ਵਿੱਚ ਵੀ ਕੀ ਅੰਤਰ ਹੁੰਦਾ ਹੈ। ਫਿਰ ਸਾਡੇ ਕੋਲ 6ਵੀਂ ਜੋ ਖਾਲੀ ਥਾਂ ਦਿੱਤੀ ਗਈ ਹੈ ਉਹ ਹੈ RHS ਜਾਂ ਸੱਸਾ ਕੱਕਾ ਭੋ।
ਸੱਸੇ ਦਾ ਮਤਲਬ ਸਾਡੇ ਕੋਲ ਬਣਦਾ ਹੈ ਸਮਕੋਣ। ਸੋ ਸਮਕੋਣ ਦਾ ਮਤਲਬ ਕਿ 90 ਡਿਗਰੀ ਦੇ ਬਰਾਬਰ। ਕੱਕੇ ਦਾ ਮਤਲਬ ਤਾਂ ਕਲੀਅਰ ਹੋ ਹੀ ਗਿਆ ਸਾਨੂੰ। ਕਰਨ, ਇੱਥੇ ਸਾਡੇ ਕੋਲ ਹੋਏਗਾ ਕਰਨ। ਠੀਕ ਹੈ, ਇਹ ਸਾਡੇ ਕੋਲ ਇੱਕ ਸਮਕੋਣ ਤ੍ਰੈਭੁਜ ਦੀ ਗੱਲ ਕਰ ਰਿਹਾ ਜਿਸ ਵਿੱਚ ਸਾਡੇ ਕੋਲ ਇੱਕ ਸਮਕੋਣ ਹੁੰਦਾ ਹੈ ਅਤੇ ਸਮਕੋਣ ਦੇ ਸਾਹਮਣੇ ਵਾਲੀ ਭੁਜਾ ਜਿਹੜੀ ਸਾਡੇ ਕੋਲ ਹੁੰਦੀ ਹੈ ਉਹ ਕਰਨ ਹੁੰਦੀ ਹੈ। ਮਤਲਬ ਕਿ ਦੇਖੋ ਇਹ ਸਮਕੋਣ ਹੈ, ਇਸ ਦੀ ਸਾਹਮਣੇ ਵਾਲੀ ਭੁਜਾ ਇਹ ਹੋਈ, ਇਹ ਸਾਡੇ ਕੋਲ ਹੋਏਗਾ ਕਰਨ ਜਾਂ ਹਾਈਪੋਟੀਨਿਊਸ। ਇਹ ਸਾਡੇ ਕੋਲ ਹੋ ਗਿਆ, ਸਾਡੇ ਕੋਲ ਹੋ ਗਈ ਭੁਜਾ। ਸੋ ਇਹ ਸਾਡੇ ਕੋਲ ਹੋ ਗਿਆ ਆਰ ਤੇ ਰਾਈਟ ਐਂਗਲ। 90 ਡਿਗਰੀ ਦੇ ਕੋਣ ਨੂੰ ਅਸੀਂ ਰਾਈਟ ਐਂਗਲ ਬੋਲਦੇ ਹਾਂ। ਐਚ ਦਾ ਮਤਲਬ ਆ ਗਿਆ ਸਾਡੇ ਕੋਲ ਹਾਈਪੋਟੀਨਿਊਸ। ਸੋ ਐਸ ਦਾ ਮਤਲਬ ਆ ਗਿਆ ਸਾਡੇ ਕੋਲ ਸਾਈਡ। ਫਿਰ ਸਾਡੇ ਕੋਲ ਸਵਾਲ ਨੰਬਰ ਆਉਂਦਾ ਹੈ 7, ਜਿਸ ਵਿੱਚ ਦੋ ਤ੍ਰੈਭੁਜ ਹਨ, ਇੱਕ ABC ਅਤੇ ਦੂਸਰਾ PQR। ਸਾਨੂੰ ਦਿੱਤਾ ਕਿ ABC ਜਿਹੜੀ ਹੈ ਉਹ PQR ਦੀ ਕੀ ਹੈ, ਸਰਬੰਗ ਸਮ। ਸੋ ਧਿਆਨ ਦੇਣਾ ਕਿ ਇੱਕ ਸਾਈਨ ਸਾਡੇ ਕੋਲ ਇਸ ਤਰ੍ਹਾਂ ਇਕੱਲਾ ਦਿੱਤਾ ਹੁੰਦਾ ਹੈ, ਇਸ ਨੂੰ ਅਸੀਂ ਬੋਲਦੇ ਹਾਂ ਸਮਰੂਪਤਾ ਦਾ ਸਾਈਨ। ਠੀਕ ਹੈ, ਸਮਰੂਪਤਾ ਮਤਲਬ ਕਿ ਸਿਮਿਲੈਰਿਟੀ। ਠੀਕ ਹੈ, ਸੋ ਇਹ ਜਿਹੜਾ ਹੁੰਦਾ ਹੈ ਸਾਡੇ ਕੋਲ, ਇਸ ਨੂੰ ਅਸੀਂ ਬੋਲਦੇ ਹਾਂ, ਦੇਖੋ ਦੋ ਬਰਾਬਰ, ਇੱਕ ਬਰਾਬਰ ਦਿੱਤਾ, ਇਹਦੇ ਉੱਪਰ ਸਾਡੇ ਕੋਲ ਸਮਰੂਪਤਾ ਦਾ ਸਾਈਨ, ਇਹ ਸਾਡੇ ਕੋਲ ਹੁੰਦਾ ਹੈ ਕੌਂਗਰੈਂਸੀ ਦਾ, ਜਾਂ ਜਿਸ ਨੂੰ ਅਸੀਂ ਲਿਖਾਂਗੇ ਸਰਬੰਗ ਸਮਤਾ ਦਾ। ਸੋ ਹੁਣ ਸਾਡੇ ਕੋਲ ਦੋ ਤ੍ਰੈਭੁਜ ਹਨ, ਦੋਵੇਂ ਸਾਡੇ ਕੋਲ ਸਰਬੰਗ ਸਮ ਹਨ। ਹੁਣ ਦੇਖੋ ਇਸ ਤ੍ਰੈਭੁਜ ਦੇ ਵਿੱਚ ਸਾਡੇ ਕੋਲ AB ਜਿਹੜੀ ਭੁਜਾ ਹੈ ਇੱਕ ਲਾਈਨ ਲੱਗੀ ਹੈ, ਇੱਧਰ ਸਾਡੇ ਕੋਲ ਇਸ ਦੇ ਉੱਪਰ ਇੱਕ ਲਾਈਨ ਲੱਗੀ ਹੈ, AB ਬਰਾਬਰ ਹੈ PR ਦੇ। ਸੋ ਫਿਰ ਦੇਖੋ ਇੱਥੇ ਸਾਡੇ ਕੋਲ ਦੋ ਲਾਈਨਸ ਲੱਗੀਆਂ ਹਨ, ਇਹ ਸਾਡੇ ਕੋਲ ਦੋ ਲਾਈਨਸ ਲੱਗੀਆਂ ਹਨ। ਇਹਦਾ ਮਤਲਬ ਕਿ AC ਜਿਹੜੀ ਬਰਾਬਰ ਹੈ ਉਹ ਕਿਹਦੇ ਬਰਾਬਰ ਹੈ, PQ ਦੇ। ਸੋ ਇੱਕ ਸਾਡੇ ਕੋਲ ਐਂਗਲ A ਦਿੱਤਾ ਹੈ, ਉਹ ਬਰਾਬਰ ਦਿੱਤਾ ਗਿਆ ਹੈ ਕੋਣ P ਦੇ। ਸੋ ਐਂਗਲ A ਇਜ਼ ਇਕੁਅਲ ਟੂ ਐਂਗਲ P, AC ਇਕੁਅਲ ਟੂ PQ, AB ਇਕੁਅਲ ਟੂ PR। ਸੋ ਹੁਣ ਸਾਡੇ ਕੋਲ ਨਿਯਮ ਦੇਖਣਾ ਕਿਹੜਾ ਲੱਗਦਾ ਹੈ। ਦੇਖੋ ਇਹ ਸਾਡੇ ਕੋਲ ਸਾਈਡ ਆਈ ਹੈ, ਇਹ ਵੀ ਸਾਡੇ ਕੋਲ ਸਾਈਡ ਆਈ ਹੈ, ਇਹ ਸਾਡੇ ਕੋਲ ਕੀ ਆ ਗਿਆ, ਇੱਕ ਐਂਗਲ। ਸੋ ਸਾਡੇ ਕੋਲ ਨਿਯਮ ਲੱਗਾ ਹੈ S, ਫਿਰ ਆ ਗਿਆ A, ਫਿਰ ਆ ਗਿਆ S। ਸੋ ਭੁਜਾ ਕੋ ਭੁਜਾ। ਫਿਰ ਸਾਡੇ ਕੋਲ ਇੱਕ ਦੋ ਤ੍ਰੈਭੁਜ ਦਿੱਤੇ ਗਏ ਹਨ, TSV ਅਤੇ MNQ। ਸੋ TSU ਹੈ ਸਾਡੇ ਕੋਲ। ਇਸ ਦੇ ਵਿੱਚ ਸਾਡੇ ਕੋਲ S ਜਿਹੜਾ ਹੈ ਐਂਗਲ ਉਹ ਬਰਾਬਰ ਹੈ ਦੇਖੋ N ਦੇ, ਜੋ ਸਾਡੇ ਕੋਲ 90 ਡਿਗਰੀ ਦੇ ਬਰਾਬਰ ਹੈ। ਸੋ ਫਿਰ ਸਾਡੇ ਕੋਲ ਇੱਥੇ ਇੱਕ ਲਾਈਨ ਲੱਗੀ ਹੋਈ ਹੈ, ਇੱਧਰ ਵੀ ਇੱਕ ਲਾਈਨ ਲੱਗੀ ਹੈ। ਇਹਦਾ ਮਤਲਬ ਹੋਇਆ ਕਿ ਸਾਡੇ ਕੋਲ ਜਿਹੜੀ TS ਹੈ ਉਹ ਬਰਾਬਰ ਕਿਹਦੇ ਹੈ, MN ਦੇ। ਫਿਰ ਇਸ ਸਾਈਡ 'ਤੇ ਇੱਕ ਲਾਈਨ ਸਾਡੇ ਕੋਲ ਦੋ ਲਾਈਨਸ ਲੱਗੀਆਂ ਹੋਈਆਂ ਨੇ, ਇੱਧਰ ਵੀ ਸਾਡੇ ਕੋਲ ਦੋ ਲਾਈਨਾਂ ਹਨ, ਜਿਹਦਾ ਮਤਲਬ ਹੋ ਗਿਆ ਸਾਡੇ ਕੋਲ TU ਹੈ ਜੋ ਬਰਾਬਰ ਹੈ ਸਾਡੇ ਕੋਲ MQ ਦੇ। ਦੇਖੋ ਇੱਕ ਐਂਗਲ ਹੈ ਸਾਡੇ ਕੋਲ, ਐਂਗਲ ਕਿਹੜਾ ਹੈ, ਰਾਈਟ ਐਂਗਲ। ਠੀਕ ਹੈ, ਜਦੋਂ ਰਾਈਟ ਐਂਗਲ ਬਰਾਬਰ ਆ ਗਿਆ ਤਾਂ ਸਾਡੇ ਕੋਲ ਉਦੋਂ ਹਮੇਸ਼ਾ ਰੂਲ ਲੱਗੇਗਾ ਸਾਡੇ ਕੋਲ RHS। ਸੋ R ਦਾ ਮਤਲਬ ਸਾਡੇ ਕੋਲ ਹੋ ਗਿਆ ਸਮਕੋਣ, H ਦਾ ਮਤਲਬ ਸਾਡੇ ਕੋਲ, ਇਸ ਨੂੰ ਅਸੀਂ ਕਰਨ ਬੋਲਦੇ ਹਾਂ ਪੰਜਾਬੀ ਦੇ ਵਿੱਚ, S ਦਾ ਮਤਲਬ ਸਾਡੇ ਕੋਲ ਹੋ ਗਿਆ ਭੁਜਾ। ਫਿਰ ਸਾਡੇ ਕੋਲ ਸਵਾਲ ਆਉਂਦਾ ਹੈ ਕੁਐਸਚਨ ਨੰਬਰ 8, ਜਿਸ ਵਿੱਚ ਸਾਡੇ ਕੋਲ ਦਿੱਤਾ ਕਿ AD ਐਂਡ BC ਆਰ ਇਕੁਅਲ ਪਰਪੈਂਡੀਕੂਲਰ ਟੂ ਏ ਲਾਈਨ ਸੈਗਮੈਂਟ AB। ਸੋ ਇੱਕ ਲਾਈਨ ਸੈਗਮੈਂਟ ਹੈ, ਲਾਈਨ ਸੈਗਮੈਂਟ ਦਾ ਮਤਲਬ ਸਾਡੇ ਕੋਲ ਇੱਕ ਰੇਖਾ ਖੰਡ ਹੈ। ਠੀਕ ਹੈ, ਅਤੇ AB ਅਤੇ AD ਰੇਖਾ ਖੰਡ AB ਹੈ। ਦੇਖੋ ਇਹ ਹੈ ਸਾਡੇ ਕੋਲ ਇੱਕ AB ਰੇਖਾ ਖੰਡ। AD ਅਤੇ BC ਲੰਬ ਹਨ। ਸੋ ਇਸ ਤਰ੍ਹਾਂ ਦੇਖੋ AD ਇਹ ਲੰਬ ਹੈ, ਜਦੋਂ ਲੰਬ ਹੋਏਗਾ ਤਾਂ ਸਾਡੇ ਕੋਲ ਐਂਗਲ ਕਿਹੜਾ ਬਣੇਗਾ, ਰਾਈਟ ਐਂਗਲ 90 ਡਿਗਰੀ ਦਾ। ਇਹ ਵੀ ਸਾਡੇ ਕੋਲ BC ਲੰਬ ਹੈ, ਸਾਡੇ ਕੋਲ ਐਂਗਲ ਬਣ ਰਿਹਾ 90 ਡਿਗਰੀ ਦਾ। ਸੋ ਸ਼ੋ ਦੈਟ CD ਬਾਈਸੈਕਟ AB। ਸੋ ਬਾਈਸੈਕਟ ਦਾ ਮਤਲਬ ਜਾਂ ਸਮਦੁਭਾਜਕ, ਅਸੀਂ ਦੱਸਣਾ ਹੈ ਕਿ ਜਿਹੜੀ CDA ਵਾਲੀ ਲਾਈਨ ਹੈ AB ਨੂੰ ਬਾਈਸੈਕਟ ਕਰਦੀ ਹੈ। ਮਤਲਬ ਕਿ ਦੇਖੋ ਬਾਈਸੈਕਟ, ਬਾਈ ਦਾ ਮਤਲਬ ਦੋ, ਸੈਕਟ ਦਾ ਮਤਲਬ ਹਿੱਸੇ, ਮਤਲਬ ਕਿ ਦੋ ਹਿੱਸਿਆਂ ਦੇ ਵਿੱਚ ਵੰਡਦੀ ਹੈ। ਕਿਹੜੇ ਦੋ ਹਿੱਸੇ, ਬਰਾਬਰ ਸਮਦੁਭਾਜਕ। ਤੁਹਾਨੂੰ ਦਿੱਤਾ ਨਾ ਸਮਦੁਭਾਜਿਤ। ਸੋ ਸਮ ਦਾ ਮਤਲਬ ਬਰਾਬਰ, ਦੋ ਦਾ ਮਤਲਬ ਦੋ, ਭਾਜਿਤ ਮਤਲਬ ਵੰਡਣਾ, ਦੋ ਬਰਾਬਰ ਭਾਗਾਂ ਦੇ ਵਿੱਚ ਵੰਡਣਾ। ਸੋ ਦੇਖੋ ਸਾਡੇ ਕੋਲ ਦੋ ਤ੍ਰੈਭੁਜ ਬਣਦੇ ਹਨ, ਇੱਕ ਸਾਡੇ ਕੋਲ ਇਹ ਤ੍ਰੈਭੁਜ ਹੈ, ਦੂਸਰਾ ਸਾਡੇ ਕੋਲ ਉੱਪਰ ਹੈ। ਸੋ ਅਸੀਂ ਗੱਲ ਕਰਦੇ ਹਾਂ ਤ੍ਰੈਭੁਜ BOC ਅਤੇ ਤ੍ਰੈਭੁਜ AOD। ਸੋ ਧਿਆਨ ਰੱਖਣਾ ਹੈ ਕਿ ਸਾਡੇ ਟੈਸਟਿੰਗ ਜਿਹੜੀ ਹੈ ਉਹ ਔਨਲਾਈਨ ਹੈ, ਜਿਸ ਦੇ ਵਿੱਚ ਅਸੀਂ ਸਮੇਂ ਨੂੰ ਧਿਆਨ 'ਚ ਰੱਖਦੇ ਹੋਏ ਕੁਐਸਚਨ ਨੂੰ ਜ਼ਿਆਦਾ ਲੰਬਾ ਨਾ ਕਰਦੇ ਹੋਏ ਅਸੀਂ ਸਿਰਫ ਕਨਸੈਪਟ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰਨੀ ਹੈ। ਸੋ ਡਿਟੇਲ ਦੇ ਲਈ ਤੁਸੀਂ ਇਸ ਚੈਪਟਰ ਦੀਆਂ ਜਿਹੜੀਆਂ ਕਲਾਸਿਸ ਲੱਗੀਆਂ ਹੋਈਆਂ ਹਨ ਉਹਨਾਂ ਨੂੰ ਤੁਸੀਂ ਔਨਲਾਈਨ ਜਿਹੜਾ ਕਿ ਵੇਖ ਸਕਦੇ ਹੋ। ਸੋ BOC ਹੁਣ ਤ੍ਰੈਭੁਜ ਦੇ ਵਿੱਚ ਐਂਗਲ ਦੇਖੋ ਸਾਡੇ ਕੋਲ B ਹੈ, ਜੋ ਕਿਹਦੇ ਬਰਾਬਰ ਹੈ, ਸਾਡੇ ਕੋਲ ਐਂਗਲ A ਦੇ। ਸੋ ਦੋਵੇਂ ਸਾਡੇ ਕੋਲ ਕਿਹਦੇ ਬਰਾਬਰ ਹਨ, 90 ਡਿਗਰੀ ਦੇ। ਸੋ ਇਹ ਸਾਡੇ ਕੋਲ ਆ ਗਿਆ ਇੱਕ 90 ਡਿਗਰੀ ਦੇ ਬਰਾਬਰ। ਫਿਰ ਦੇਖੋ ਸਾਡੇ ਕੋਲ ਇੱਥੇ ਇੱਕ ਲਾਈਨ ਲੱਗੀ ਹੋਈ ਹੈ, ਇੱਧਰ ਵੀ ਇੱਕ ਲਾਈਨ ਲੱਗੀ ਹੋਈ ਹੈ। ਸੋ ਜਿਹਦਾ ਮਤਲਬ ਸਾਡੇ ਕੋਲ ਹੋ ਗਿਆ BC ਭੁਜਾ ਜਿਹੜੀ ਹੈ ਉਹ ਬਰਾਬਰ ਕਿਹਦੇ ਆ ਜਾਂਦੀ ਹੈ, AD ਦੇ, ਜੋ ਸਾਡੇ ਕੋਲ ਕੀ ਹੈ, ਗਿਵਨ, ਜਾਂ ਜਿਸ ਨੂੰ ਅਸੀਂ ਲਿਖ ਦਿੰਦੇ ਹਾਂ ਦਿੱਤਾ ਹੈ, ਦਿੱਤਾ ਹੈ।
फिर साडे कोल है ये दो रेखावां देखो साडे कोल कट रही हैं, एक रेखा इस तरह तो दूसरी साडे कोल ये रेखा कट रही है। ठीक है, सो ये दोवें रेखावां कट रही हैं तो साडे कोल ये एंगल बन रहे हैं। ये सी साडे कोल BA अते ये सी साडे कोल CD। इत्थे लिखो AB अते CD O ते कटदियां हन। सो AB एंड CD इंटरसैक्ट एट O पॉइंट ते कटदियां, इसलिए एंगल है साडे कोल जो BOC बराबर होएगा एंगल AOD। सो साडे कोल कितने में बराबर होएगा ये शिखर सन्मुख कोण, जिसनों असीं लिखते हैं वर्टिकली ओपोजिट एंगल्स। तो साडे कोल बराबर हो गए। हुण देखो साडे कोल दो कोण बराबर आ गए तो एक भुजा बराबर आ गई साडे कोल। हुण साडे कोल दोवें त्रिभुज जिहड़े हन, त्रिभुज BOC सरबंग सम हो जाएगा त्रिभुज AOD। सो साडे को क्राइटेरिया या कसौटी किहड़ी लगेगी, देखो साडे को है दो एंगल हैं साडे को आ जाएगा ASA। ये साडे को ज़्यादातर नहीं लिखा जाता, इसलिए असीं लिखते हैं AA, क्योंकि साडे को दो कोण जिहड़े वो बराबर हैं और जो भी दो कोण बराबर होंदे हैं तो तीसरा कोण साडे को ऑलरेडी बराबर होवेगा। ਹੁਣ ਜਦੋਂ ਦੋ त्रिभुज ਸਰਬੰਗ ਸਮ ਹੋ ਗਏ ਤਾਂ ਉਸਦੇ ਸਾਰੇ ਜਿਹੜੇ ਕਿ ਕੋਰਸਪੋਂਡਿੰਗ ਸਾਈਡ ਜਿਹੜੀਆਂ ਬਰਾਬਰ ਹੋਣਗੀਆਂ ਤੇ ਕੋਰਸਪੋਂਡਿੰਗ ਐਂਗਲ ਜਿਹੜੇ ਉਹ ਬਰਾਬਰ ਹੋਣਗੇ। ਇਸ ਲਈ ਅਸੀਂ ਲਿਖਦੇ ਹਾਂ, ਸੋ ਜਿਹੜੀ ਸਾਈਡ ਹੈ ਸਾਡੇ ਕੋਲ OB, ਇਹ ਵਾਲੀ ਸਾਈਡ ਸਾਡੇ ਕੋਲ ਬਰਾਬਰ ਹੋ ਜਾਏਗੀ ਸਾਡੇ ਕੋਲ OA ਦੇ। ਸੋ OB ਬਰਾਬਰ ਹੋ ਜਾਏਗੀ OA ਦੇ। ਸੋ ਸਾਡੇ ਕੋਲ ਆ ਜਾਏਗਾ CPCT ਤੋਂ ਕੋਰਸਪੋਂਡਿੰਗ ਪਾਰਟਸ ਆਫ ਕੌਂਗਰੈਂਟ ਟਰਾਇੰਗਲਸ। ਸੋ ਸੰਗਤ ਸਰਬੰਗ ਸਮ त्रिभुजां ਦੇ ਸੰਗਤ ਭਾਗ ਜਿਹੜੇ ਹੁੰਦੇ ਆ ਸਾਡੇ ਕੋਲ ਬਰਾਬਰ ਹੁੰਦੇ ਹਨ। ਸੋ ਜਦੋਂ ਸਾਡੇ ਕੋਈ ਦੋਵੇਂ ਬਰਾਬਰ ਹੋ ਗਏ, ਸੋ ਇਸ ਦੇ ਵਿੱਚ ਪੁਆਇੰਟ ਕਿਹੜਾ ਆਉਂਦਾ ਹੈ O। ਠੀਕ ਹੈ ਨਾ, ਦੋਵਾਂ 'ਚ ਕਾਮਨ O ਆ ਰਿਹਾ ਹੈ ਨਾ, ਇਸ ਲਈ O ਕਿਹਦਾ ਪੁਆਇੰਟ ਆ ਸਾਡੇ ਕੋਲ CD ਲਾਈਨ ਦਾ। ਇਸ ਲਈ CD AB ਨੂੰ ਸਮਦੁਭਾਜਿਤ ਜਾਂ ਬਾਇਸੈਕਟ करती है। ये सी साडा क्वेश्चन नंबर 8। फिर आंदा है साडा क्वेश्चन नंबर 9। क्वेश्चन नंबर 9 दे विच की है साडे कोल कि एंगल B लैस दैन A दिता गया है। देखो ये साडे कोल लैस दैन दा साइन है, मतलब कि एंगल B जिहड़ा छोटा है A तो, और एंगल C जिहड़ा छोटा है D तो। दर्शाओ कि AD छोटा है BC तो। सो ध्यान रखना कि एक गल दा, जिहड़ा कोण छोटा होवे उसदी सन्मुख भुजा भी छोटी हुंदी है, अते इस दे उल्ट जिहड़ा कोण वड्डा होवे उसदी सन्मुख भुजा भी वड्डी होवेगी। हुण साडे कोल देखो एंगल B जिहड़ा छोटा है, सो एंगल B दे असीं सन्मुख भुजा देखनी किहड़ी है, सन्मुख भुजावां। सो सन्मुख की गल करिए तो साडे को मतलब आ जाएगा ओपोजिट साइड्स। सो जिहड़ा एंगल साडे को स्मॉल हुंदा है उसदी जिहड़ी ओपोजिट साइड हुंदी है वो भी साडे को स्मॉलर हुंदी है। सो एंगल B साडे को है, इसके सन्मुख भुजा देखो पहलां किहड़ी आंदी है साडे को OA, एक आ गई साडे कोल OA, अते दूसरी साडे को देखो किहड़ी बन जाएगी। सो इस तरह फिर साडे को एंगल जिहड़ा C है वो भी एंगल छोटा दिता गया, तो C के सन्मुख भुजा जो ओपोजिट साइड असीं देखिए किहड़ी आंदी है, ये एंगल है C। सो C के ओपोजिट साइड साडे को आ जाती है OD। इस तरह फिर साडे कोल जो दिता गया, देखो एंगल असीं B लिख लिया तो C के जिहड़ियां ओपोजिट साइड असीं लिख लईआं ना। सो एंगल A की गल करिए तो एंगल A के ओपोजिट या सन्मुख भुजा साडे को किहड़ी आंदी है, ये एंगल A, इहदे सामने साडे को भुजा आंदी है OB। सो इस तरह ही एंगल जो साडे को D है, D के ओपोजिट साइड साडे को किहड़ी आंदी है, एंगल D दे OC। सो साडे को चार दियां चार ही भुजावां जिहड़ियां आ गईयां हन।
ਹੁਣ ਦੇਖੋ ਸਾਡੇ ਕੋਲ ਐਂਗਲ ਬੀ ਦਿੱਤਾ ਹੈ ਲੈਸ ਦੈਨ ਏ। ਐਂਗਲ ਬੀ ਜਿਹੜਾ ਹੈ ਉਹ ਐਂਗਲ ਏ ਦੇ ਨਾਲੋਂ ਛੋਟਾ ਹੈ, ਇਸ ਲਈ ਜਿਹੜੀ ਓ ਏ ਭੁਜਾ ਹੋਏਗੀ ਇਹ ਵੀ ਓ ਬੀ ਦੇ ਨਾਲੋਂ ਛੋਟੀ ਹੋਏਗੀ। ਸੋ ਇਸ ਤਰ੍ਹਾਂ ਹੀ ਐਂਗਲ ਸੀ ਜਿਹੜਾ ਹੈ ਉਹ ਡੀ ਦੇ ਨਾਲੋਂ ਛੋਟਾ ਹੈ, ਅਤੇ ਉਹ ਸੀ ਕਿਹਦੇ ਬਰਾਬਰ ਹੈ ਸਾਡੇ ਕੋਲ ਭੁਜਾ ਓ ਡੀ ਦੇ। ਸੋ ਓ ਡੀ ਭੁਜਾ ਜਿਹੜੀ ਹੈ ਉਹ ਛੋਟੀ ਹੋਏਗੀ ਭੁਜਾ ਓ ਸੀ ਦੇ ਨਾਲੋਂ। ਸੋ ਹੁਣ ਅਸੀਂ ਇਹਨਾਂ ਨੂੰ ਜੋੜ ਦਿੰਦੇ ਹਾਂ ਦੋਵਾਂ ਨੂੰ। ਦੇਖੋ ਓ ਏ ਪਲੱਸ ਓ ਡੀ ਲੈਸ ਦੈਨ ਆ ਜਾਏਗਾ ਸਾਡੇ ਕੋਲ ਓ ਬੀ ਪਲੱਸ ਓ ਸੀ। ਹੁਣ ਦੇਖੋ ਓ ਏ ਪਲੱਸ ਓ ਡੀ ਦੋਵਾਂ ਨੂੰ ਜੋੜਦੇ ਤਾਂ ਸਾਡੇ ਕੋਲ ਇੱਕ ਭੁਜਾ ਬਣ ਜਾਂਦੀ ਹੈ ਏ ਡੀ, ਕਿਉਂਕਿ ਏ ਡੀ ਦੇ ਵਿੱਚ ਦੋ ਹਿੱਸੇ ਆਉਂਦੇ ਹਨ, ਇੱਕ ਓ ਏ ਅਤੇ ਦੂਸਰਾ ਓ ਡੀ। ਸੋ ਇਹ ਬਣ ਗਈ ਸਾਡੇ ਕੋਲ ਏ ਡੀ। ਸੋ ਏ ਡੀ ਵੀ ਸਾਡੇ ਕੋਲ ਲੈਸ ਦੈਨ ਆ ਜਾਏਗੀ ਓ ਬੀ ਪਲੱਸ ਓ ਸੀ। ਓ ਬੀ ਅਤੇ ਓ ਸੀ ਨੂੰ ਜੋੜਾਂਗੇ ਤਾਂ ਸਾਡੇ ਕੋਲ ਸਾਰੀ ਬਣ ਗਈ ਬੀ ਸੀ। ਸੋ ਇਸ ਤਰ੍ਹਾਂ ਸਾਡੇ ਕੋਲ ਜਿਹੜਾ ਇਹ ਕੁਐਸਚਨ ਹੈ ਉਹ ਸਿੱਧ ਹੁੰਦਾ ਹੈ, ਜਾਂ ਅਸੀਂ ਸ਼ੋ ਦੈਟ ਜਿਹੜਾ ਕਿ ਕਰਤਾ ਹੈ। ਸੋ ਸਾਨੂੰ ਇਸ ਕੁਐਸਚਨ ਦੇ ਲਈ ਇੱਕ ਪ੍ਰੋਪਰਟੀ ਪਤਾ ਹੋਣੀ ਚਾਹੀਦੀ ਕਿ ਛੋਟੇ ਜਿਹੜੇ ਕੋਣ ਹੁੰਦੇ ਹਨ, ਸਮੋਲਰ ਐਂਗਲ ਹੁੰਦੇ ਹਨ, ਉਹਨਾਂ ਦੀਆਂ ਜਿਹੜੀਆਂ ਓਪੋਜ਼ਿਟ ਸਾਈਡ ਜਾਂ ਸਮੋਲਰ ਸਾਈਡ ਹੁੰਦੀਆਂ ਹਨ ਉਹ ਵੀ ਸਾਡੇ ਕੋਲ ਸਮੋਲਰ ਹੀ ਹੁੰਦੀਆਂ ਹਨ, ਅਤੇ ਜਿਹੜੇ ਐਂਗਲ ਵੱਡੇ ਹੁੰਦੇ ਹਨ ਤਾਂ ਉਸ ਦੀਆਂ ਓਪੋਜ਼ਿਟ ਸਾਈਡ ਜਿਹੜੀਆਂ ਸਾਡੇ ਕੋਲ ਲਾਰਜਰ ਜਾਂ ਗ੍ਰੇਟਰ ਹੁੰਦੀਆਂ ਹਨ।